ਧੰਨ ਵਾਹਿਗੁਰੂ ਸਾਹਿਬ ਜੀਓ। ਹਮ ਅਵਗਨ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਖਾਈ। ਮਾਇਆ ਮੋਹ ਭਰਮ ਪੈ ਭੁੱਲੇ, ਸੁਤ ਦਾਰਾ ਸਿਉ ਪ੍ਰੀਤ ਲਗਾਈ। ਇਕ ਉਤਮ ਪੰਥ ਸੁਣਿਓ ਗੁਰ ਸੰਗਤ, ਤਿਹ ਮਲੰਤ ਜਮ ਤਰਾਸ ਮਟਾਈ। ਇਕ ਅਰਦਾਸ ਪਾਠ ਕੀਰਤ ਕੀ, ਗੁਰ ਰਾਮਦਾਸ ਰਾਖੋ ਸਰਨਾਈ। ਇਕ ਅਰਦਾਸ ਪਾਠ ਕੀਰਤ ਕੀ, ਗੁਰ ਰਾਮਦਾਸ ਰਾਖੋ ਸਰਨਾਈ। ਵਾਹਿਗੁਰੂ ਸਾਹਿਬ ਜੀਓ ਕਬਿੱਤ, ਜੈਸੇ ਘਰ ਲਾਗੇ ਆਗ ਭਾਗ ਨਿਕਸਤ ਖਾਨ। ਪ੍ਰੀਤਮ ਪਰੋਸੀ ਧਾਇ ਜਰਤ ਬੁਝਾਵਈ, ਗੋਦਨ ਹਰਤ ਜੈਸੇ ਕਰਤ ਪੁਕਾਰ ਗੋਪ। ਗਾਉ ਮੈਂ ਗੁਹਾਰ ਲਾਗ ਟੁਰਤ ਛਡਾਵਈ, ਬੂਡਤ ਅਥਾਹ ਜੈਸੇ ਪ੍ਰਬਲ ਪ੍ਰਵਾਹ ਬਿਖੈ। ਭੇਖਤ ਪਹਿਰੂਆ ਵਾਰ ਪਾਰ ਲੈ ਲਗਾਵਈ, ਤੈਸੇ ਅੰਤ ਕਾਲ ਜਮ ਜਾਲ ਕਾਲ ਬਿਆਲ ਗਰਸੇ। ਗੁਰ ਸਿੱਖ ਸਾਧ ਸੰਗ ਸੰਕਟ ਮਿਟਾਵਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਕਾਰਯੋਗ ਗੁਰੂ ਸਵਾਰੀ, ਗੁਰੂ ਪਿਆਰੀ, ਗੁਰੂ ਕਾ ਖਾਸ ਰੂਪ ਖਾਲਸਾ ਸਾਧ ਸੰਗਤ ਜੀਓ। ਸਤਿਗੁਰਾਂ ਦੀ ਅਤਿਅੰਤ ਬਖਸ਼ਿਸ਼ ਦੇ ਸਦਕਾ ਸਰਬੱਤ ਮਾਈ ਭਾਈ ਗੁਰ ਸਿੱਖ ਸੰਗਤਾਂ ਮਿਲ ਜੁਲ ਕੇ ਸ਼ਰਧਾ ਭਾਵਨਾ ਸਾਹਿਤ ਗਰੀਬ ਨਵਾਜ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਤਿੰਨਾਂ ਦੇ ਚਰਨ ਛੋਹ ਪ੍ਰਾਪਤ ਮੁਬਾਰਕ ਅਸਥਾਨ, ਲੋਕ ਪਰਲੋਕ ਦੇ ਮਾਲਕ, ਜੀਵ ਜੰਤੂਆਂ ਦੇ ਦਾਤੇ, ਰੋਜੀ ਦਹੰਦ ਵਾਹਿਗੁਰੂ ਜੀ ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਸ਼ਬਦਾ ਅਵਤਾਰ, ਨਿਰਗੁਣ ਸਰਗੁਣ ਪੀ ਉਹੀ, ਕਲਾ ਧਾਰ ਜਿਨ ਸਗਲੀ ਮੋਹੀ। ਉਹ ਮਾਲਕ ਜੀ ਦੀ ਗੋਦ ਦੇ ਅੰਦਰ ਜੁੜ ਮਿਲ ਬੈਠਦੇ ਹਾਂ। ਮਹਾਰਾਜ ਸਾਡੇ ਜੀਵਨ ਦਾ ਲਕਸ਼ ਸਮਝ ਆ ਜਾਵੇ, ਸਾਨੂੰ ਜੀਵਨ ਦੀ ਸਮਝ ਪੈ ਜਾਵੇ। ਜੀਵਨ ਜਿਉਣਾ ਕਿਵੇਂ ਆ, ਅਸਲੀ ਜੀਵਨ ਕਿਸ ਨੂੰ ਕਹਿੰਦੇ ਨੇ। ਅਸੀਂ ਕਿਤੇ ਸੰਸਾਰ ਵਿੱਚ ਆ ਕੇ ਪਾਤਸ਼ਾਹ ਮਨੁੱਖਾ ਜੂਨੀ ਜਿਹੜੀ ਸਭਨਾਂ ਦੀ ਸਰਦਾਰ ਏ, ਇਹਨੂੰ ਪਾ ਕਰਕੇ ਕਿਤੇ ਪਸ਼ੂਆਂ ਵਾਲਾ, ਪੰਛੀਆਂ ਵਾਲਾ
ਹੋਰ ਜੀਵ ਜੰਤੂਆਂ ਵਾਲਾ ਜੀਵਨ ਤਾਂ ਨਹੀਂ ਜਿਉਂ ਰਹੇ। ਫਿਰ ਜੇ ਮਹਾਰਾਜ ਅਸੀਂ ਜਿਉਂ ਰਹੇ ਉਹੋ ਜਿਹਾ ਜੀਵਨ, ਫਿਰ ਸਾਨੂੰ ਕਿਰਪਾ ਕਰਕੇ ਦੱਸੋ ਬਈ ਮਨੁੱਖਤਾ ਵਾਲਾ ਜੀਵਨ ਕਿਵੇਂ ਜਿਉਇਆ ਜਾਣਾ ਹੈ, ਮਨੁੱਖਾਂ ਵਾਲਾ ਜੀਵਨ ਕਿਵੇਂ ਜਿਉਈਏ। ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਕੇ ਫਿਰ ਉਹ ਸਾਨੂੰ ਸਮਝਾਉਂਦੇ, ਜੋ ਸੰਸਾਰ ਵਿੱਚ ਸਮਝਾਇਆ ਗੁਰਸਿੱਖਾਂ ਦੀ ਉਹ ਸਮਝ ਵਿੱਚ ਆਇਆ, ਤੇ ਗੁਰਸਿੱਖਾਂ ਨੇ ਉਹਨਾਂ ਬਚਨਾਂ ਨੂੰ ਕਮਾਇਆ ਤੇ ਆਪਣੇ ਕਮਾਏ ਹੋਏ ਬਚਨਾਂ ਨੂੰ ਫਿਰ ਕਲਮ ਬੰਦ ਕਰ ਦਿੱਤਾ, ਆਪਣੀ ਰਸਨਾ ਦੇ ਦੁਆਰਾ ਉਚਾਰ ਕੇ। ਆਉਣ ਵਾਲੇ ਸਿੱਖ ਜਗਤ ਨੂੰ, ਆਉਣ ਵਾਲੇ ਸੰਸਾਰ ਨੂੰ, ਜੀਵਾਂ ਨੂੰ ਇਹ ਸੂਝ ਪੈ ਸਕੇ ਮਨੁੱਖਤਾ ਵਾਲਾ ਜੀਵਨ ਕਿਵੇਂ ਜਿਉਣਾ ਹੈ, ਅਸੀਂ ਅਸਲੀ ਜ਼ਿੰਦਗੀ ਕਿਵੇਂ ਜਿਉਣੀ ਆ। ਉਹਨਾਂ ਬਚਨਾਂ ਨੂੰ ਭਾਈ ਗੁਰਦਾਸ ਸਾਹਿਬ ਜੀ ਨੇ ਕਲਮ ਬੰਦ ਕਰ ਦਿੱਤਾ, ਤੇ ਉਸ ਦੀ ਆਪਾਂ ਲੜੀਵਾਰ ਵਿਚਾਰ ਕਵਿਤ ਸਵਾਈਆਂ ਦੀ ਕਰਦੇ ਆ ਰਹੇ ਹਾਂ। ਭਾਈ ਗੁਰਦਾਸ ਸਾਹਿਬ ਬੜੇ ਸੁੰਦਰ ਪ੍ਰਮਾਣ ਦੇ ਕੇ ਜੀਵਾਂ ਨੂੰ ਸਮਝਾਉਂਦੇ ਨੇ ਕਿ ਸੰਸਾਰ ਵਿੱਚ ਜੇ ਸਮਝਣਾ ਹੈ ਤੇ ਤਾਂ ਹੀ ਕੁਝ ਪੱਲੇ ਪੈਣਾ, ਜੇ ਤੂੰ ਸਮਝਣਾ ਹੀ ਨਹੀਂ, ਬਹੁਤ ਆਵਾਜ਼ਾਂ ਪੈਂਦੀਆਂ ਪਈਆਂ ਨੇ, ਤੂੰ ਸੁਣ ਕੇ ਸਮਝ ਕੇ ਤੁਰਦਾ ਹੀ ਨਹੀਂ ਤੇ ਫਾਇਦਾ ਉਹਦਾ ਕੀ ਹੈ। ਮਹਾਰਾਜ ਨੇ ਜੀਵਾਂ ਨੂੰ ਸਮਝਾਇਆ ਬਈ ਤੁਹਾਡੇ ਕੰਮ ਕਿਹੜੀ ਆਉਣ ਵਾਲੀ ਗੱਲ ਹੈ, ਕਿਹਦੇ ਨਾਲ ਤੁਸੀਂ ਤਰਿਆ ਜਾਣਾ ਹੈ, ਕਿਹਦੇ ਨਾਲ ਮਾਲਕ ਵਿੱਚ ਜੁੜਿਆ ਜਾਣਾ ਹੈ। ਮਹਾਰਾਜ ਸੱਚੇ ਪਾਤਸ਼ਾਹ ਨੇ ਬਚਨ ਕੀਤੇ, ਹੋ ਕਹਿੰਦੇ ਮੂੜੇ ਕਾਹੇ ਵਿਸਾਰਿਓ ਤੈ ਰਾਮ ਨਾਮ। ਰੱਬ ਦਾ ਨਾਮ ਮੂਰਖ ਤੂੰ ਕਿਉਂ ਵਿਸਾਰ ਦਿੱਤਾ, ਕਿਉਂ ਭੁੱਲ ਗਿਆ। ਪਰਮਾਤਮਾ ਦਾ ਨਾਮ ਭੁੱਲਣ ਕਰਕੇ ਦਇਆ ਚਲੀ ਗਈ, ਧਰਮ ਚਲਾ ਗਿਆ, ਸਕੂਨ ਚਲਾ ਗਿਆ, ਪਰਉਪਕਾਰਤਾ ਚਲੀ ਗਈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਬਈ ਜਦੋਂ ਇਹ ਸਤਿਗੁਣ ਨਾ ਹੋਏ ਹਿਰਦੇ ਵਿੱਚ, ਔਰ ਜੀਵ ਨੂੰ ਕੋਈ ਮਤਲਬ ਨਹੀਂ ਕਿਸੇ ਦੇ ਨਾਲ ਕੀ ਹੁੰਦਾ ਹੈ, ਉਹ ਆਪਣੇ ਪੇਟ ਤੱਕ ਸੀਮਤ ਰਹਿ ਜਾਂਦਾ ਹੈ। ਕਿਉਂ ਰਾਮ ਦੇ ਨਾਮ ਨੂੰ ਵਿਸਾਰਿਆ। ਪਰਮਾਤਮਾ ਨਾਮ ਜਪਾਉਂਦਿਆਂ ਤੈਨੂੰ ਸਮਝਾਉਂਦਾ ਹੈ ਬਈ ਤੂੰ ਪਰਉਪਕਾਰ ਕਰਨਾ ਹੈ। ਸੰਸਾਰ ਦੇ ਅੰਦਰ ਕੱਲਾ ਆਪਣੇ ਤੱਕ ਸੀਮਤ ਨਹੀਂ ਰਹਿਣਾ, ਤੂੰ ਪਸ਼ੂਆਂ ਤੇ, ਪੰਛੀਆਂ ਤੇ, ਜੀਵਾਂ ਤੇ, ਮਨੁੱਖਾਂ ਤੇ ਪਰਉਪਕਾਰ ਕਰ। ਮਹਾਰਾਜ ਕਹਿੰਦੇ ਆ ਕਿਉਂ ਤੂੰ ਇਹ ਨਾਮ ਵਿਸਾਰਿਆ, ਮੂੜੇ ਕਾਹੇ ਵਿਸਾਰਿਓ ਤੈ ਰਾਮ ਨਾਮ, ਕਿਉਂ ਭੁਲਾ ਦਿੱਤਾ। ਅੰਤ ਕਾਲ ਤੇਰੇ ਆਵੇ ਕਾਮ, ਜਦੋਂ ਅੰਤਲਾ ਸਮਾਂ ਆਉਣਾ ਹੈ ਨਾ, ਉਦੋਂ ਇਹ ਤੇਰੇ ਕੰਮ ਆਉਣਾ ਹੈ, ਨਾਮ ਤੇਰੇ ਕੰਮ। ਮਹਾਰਾਜ ਸੱਚੇ ਪਾਤਸ਼ਾਹ ਕੈਸਾ। ਤੇ ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਬਚਨ ਕੀਤੇ, ਉਹਨੇ ਕਹਿਣ ਲੱਗੇ ਸਜਣਾ ਅੰਤ ਕਾਲ ਜਮ ਜੋਹੇ ਨਾ ਸਾਕੈ, ਹਰ ਬੋਲੋ ਰਾਮ ਪਿਆਰਾ ਹੈ। ਕਹਿੰਦੇ ਅੰਤਲੇ ਸਮੇਂ ਤੈਨੂੰ ਜਮ ਜਿਹੜੇ ਆ ਦੁੱਖ ਨਹੀਂ ਦੇਣਗੇ, ਸਤਾ ਨਹੀਂ ਸਕਣਗੇ। ਪ੍ਰਭੂ ਪਿਆਰੇ ਦਾ ਨਾਮ ਬੋਲ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤੂੰ ਕਰਤੇ ਦਾ ਚਿੰਤਾ ਕਰ, ਤੈਨੂੰ ਚਿੰਤਾ ਹੋਵੇ ਕਰਤੇ ਦੀ, ਤੇ ਜਦ ਉਹਦੀ ਚਿੰਤਾ ਹੋਵੇਗੀ ਨਾ, ਤੇ ਇੱਕ ਤਾਂ ਸੰਸਾਰ ਦਾ ਜੀਵਨ ਸਫਲਾ ਹੋਵੇਗਾ, ਸਾਰੇ ਸ਼ੁਭ ਗੁਣ ਤੇਰੇ ਅੰਦਰ ਹੋਵਣਗੇ। ਦੂਜਾ ਪਰਮਾਤਮਾ ਨੂੰ ਮਿਲ ਜਾਵੇਂਗਾ। ਉਹਨੂੰ ਭਗਤ ਜੀ ਨੇ ਪ੍ਰੇਮ ਵਿੱਚ ਕਿਹਾ, ਕਹਿੰਦੇ ਅੰਤ ਕਾਲ ਨਾਰਾਇਣ ਸਿਮਰੈ। ਕਿਤੇ ਸਾਰੀ ਉਮਰ ਲੰਘ ਗਈ ਤੇ ਕਿਤੇ ਇਹ ਨਾ ਸਮਝੀ ਬਈ ਸ਼ਾਇਦ
ਹੁਣ ਮਿਲਿਆ ਨਹੀਂ ਜਾਣਾ। ਬਹੁਤੀ ਉਮਰ ਜਿਹੜੀ ਉਹ ਬਤੀਤ ਹੋ ਗਈ। ਮਹਾਰਾਜ ਕਹਿੰਦੇ ਬਈ ਜੇ ਅੰਤਲਾ ਸਮਾਂ ਆ ਜਾਵੇ ਨਾ, ਉਦੋਂ ਹੀ ਪਰਮਾਤਮਾ ਨੂੰ ਆਰਾਧ ਆਵਾਜ਼ਾਂ ਮਾਰ, ਅੰਤ ਕਾਲ ਨਾਰਾਇਣ ਸਿਮਰੈ। ਐਸੀ ਚਿੰਤਾ ਮਹਿ ਜੀ ਮਰੇ। ਐਸੀ ਚਿੰਤਾ ਇਹ ਕਰ, ਇਹ ਨਾ ਕਰ ਕਿ ਮੇਰੇ ਕੋਲ ਕੁਝ ਨਹੀਂ, ਮੈਨੂੰ ਮਿਲਿਆ ਕੁਝ ਨਹੀਂ, ਆ ਕੀ ਹੋਵੇਗਾ। ਚਿੰਤਾ ਇਹ ਕਰ ਬਈ ਸਾਰੀ ਉਮਰ ਗਵਾਚ ਗਈ, ਪਰਮਾਤਮਾ ਨੂੰ ਪਾ ਨਹੀਂ ਸਕਿਆ, ਧਿਆ ਨਹੀਂ ਸਕਿਆ। ਮਹਾਰਾਜ ਕਿਰਪਾ ਕਰੋ, ਮੈਨੂੰ ਹੁਣੀ ਰੱਖ ਲਵੋ, ਬਚਾ ਲਵੋ। ਜੇ ਇਹ ਚਿੰਤਾ ਕਰਦਾ ਹੋਇਆ ਚਿੱਤ ਵਿੱਚ ਯਾਦ ਕਰਦਾ ਹੈ ਪਰਮਾਤਮਾ ਨੂੰ, ਉਹਦੀ ਮ੍ਰਿਤੂ ਹੋਣ ਤੇ ਆਉਂਦੀ ਆ, ਮ੍ਰਿਤੂ ਹੁੰਦੀ ਆ, ਤੇ ਫਿਰ ਭਗਤ ਜੀ ਕਹਿੰਦੇ ਨੇ ਫਿਰ ਕੀ ਹੁੰਦਾ ਹੈ। ਬਦਤ ਤਰਲੋਚਨ ਤੇ ਨਰ ਮੁਕਤਾ। ਜਿਹਦੇ ਹਿਰਦੇ ਵਿੱਚ ਚਿੱਤ ਵਿੱਚ ਚਿੰਤਨ ਚੱਲ ਪਿਆ, ਜਿਹਦੇ ਚਿੱਤ ਵਿੱਚ ਚੇਤਾ ਆ ਗਿਆ ਪਰਮਾਤਮਾ ਦਾ, ਤੇ ਭਗਤ ਤਰਲੋਚਨ ਜੀ ਕਹਿੰਦੇ ਉਹ ਮੁਕਤਾ। ਕਿਉਂ? ਪੀਤੰਬਰ ਵਾਕੈ ਹਿਰਦੈ ਵਸੈ। ਰੱਬ ਜਿਹੜਾ ਉਹਦੇ ਹਿਰਦੇ ਵਿੱਚ ਵਸਦਾ ਹੈ, ਉਹ ਜੀਵਨ ਮੁਕਤ ਹੋ ਜਾਂਦਾ ਹੈ। ਭਾਈ ਗੁਰਦਾਸ ਸਾਹਿਬ ਕਹਿੰਦੇ ਤੂੰ ਮਨੁੱਖਤਾ ਵਾਲੇ ਕੰਮ ਕਰ ਔਰ ਮਨੁੱਖਾਂ ਵਾਲੇ ਕਰਮ ਕਰ। ਤੇ ਭਾਈ ਸਾਹਿਬ ਅੱਜ ਕਹਿੰਦੇ ਨੇ ਜੈਸੇ ਘਰ ਲਾਗੈ ਆਗ ਭਾਗ ਨਿਕਸਤ ਖਾਨ। ਭਾਈ ਗੁਰਦਾਸ ਸਾਹਿਬ ਕਹਿੰਦੇ ਕਦੇ ਘਰ ਨੂੰ ਅੱਗ ਲੱਗ ਜਾਵੇ, ਘਰ ਨੂੰ, ਤੇ ਘਰੇ ਅੱਗ ਲੱਗੀ ਹੋਵੇ, ਤੇ ਜਿਹੜਾ ਘਰ ਦਾ ਮਾਲਕ ਹੈ ਨਾ, ਖਾਣ ਦਾ ਅਰਥ ਹੈ ਮਾਲਕ, ਔਰ ਜਿਹੜਾ ਘਰ ਦਾ ਮਾਲਕ ਹੈ ਉਹ ਘਰ ਅੱਗ ਤੋਂ ਡਰਦਾ ਭੱਜ ਕੇ ਘਰੋਂ ਬਾਹਰ ਨਿਕਲ ਆਉਂਦਾ ਜੀਆ ਜੰਤ ਨੂੰ ਲੈ ਕੇ, ਬਈ ਜਾਨ ਬਚਾਈਏ, ਇਹਦਾ ਤਾਂ ਹੁਣ ਬਚਾਓ ਕੋਈ ਨਹੀਂ। ਭਾਈ ਸਾਹਿਬ ਕਹਿੰਦੇ ਫਿਰ ਉਹਦੇ ਰੌਲਾ ਪਾਉਣ ਤੇ ਜਦੋਂ ਅੰਦਰੋਂ ਨਿਕਲ ਆਉਂਦਾ, ਕਹਿੰਦੇ ਪ੍ਰੀਤਮ ਪਰੋਸੀ ਧਾਏ ਜਰਤ ਬੁਝਾਵਈ। ਜਿਹੜੇ ਆਲੇ ਉਦਾਲੇ ਪੜੋਸੀ ਹੁੰਦੇ ਨਾ, ਗੁਆਂਢੀ, ਆਲਾ ਉਦਾਲਾ, ਤੇ ਬੜੇ ਪਿਆਰੇ। ਤਾਂ ਹੀ ਤਾਂ ਸੰਸਾਰ ਦਾ ਇੱਕ ਮੁਹਾਵਰਾ ਵੀ ਗੁਆਂਢੀ ਨਾਲ ਵਿਗਾੜਨੀ ਨਹੀਂ ਚਾਹੀਦੀ, ਚਾਹੇ ਉਹ ਦੇਸ਼ ਹੋਵੇ ਤੇ ਚਾਹੇ ਉਹ ਲਾਗਲਾ ਹੋਵੇ। ਬਣਾ ਕੇ ਤਾਂ ਸਾਰਿਆਂ ਨਾਲ ਰੱਖਣੀ ਚਾਹੀਦੀ, ਵਿਗਾੜਨੀ ਕਿਸੇ ਨਾਲ ਵੀ ਨਹੀਂ ਚਾਹੀਦੀ। ਕਹਿੰਦੇ ਬਈ ਉਹ ਪੜੋਸੀ ਜਿਹੜੇ ਭੱਜੇ, ਉਹਨਾਂ ਨੇ ਆ ਕਰਕੇ ਉਪਰਾਲਾ ਕੀਤਾ, ਦੂਜੇ ਨੇ ਦੂਜੇ ਨੂੰ, ਦੂਜੇ ਨੇ ਦੂਜੇ ਨੂੰ ਗੁਹਾਰਾਂ ਲਾਈਆਂ, ਆ ਕੇ ਅੱਗ ਬੁਝਾ ਦਿੱਤੀ। ਅੱਗ ਕੱਲੀ ਇਹ ਨਹੀਂ ਬਈ ਆ ਜਿਹੜੀ ਇਹ ਸਾੜ ਦੇਵੇ, ਇਹ ਹੀ ਆ। ਹੁਣ ਆ ਹੜਾਂ ਦੇ ਕਰਕੇ ਵੀ ਇੱਕ ਅੱਗ ਹੀ ਲੱਗੀ ਹੋਈ ਹੈ ਨਾ, ਦੁੱਖ ਦੀ। ਤੇ ਉਹ ਵਿੱਚ ਇਸ ਹੜਾਂ ਦੀ ਮਾਰ ਦੀ ਲਪੇਟ ਵਿੱਚ ਜਿਹੜੇ ਆਏ ਨੇ, ਅੱਤ ਦੇ ਤੜਫ ਰਹੇ ਨੇ। ਗੁਰਮੁਖੋ ਚਿੜੀ ਘੁੱਗੀ ਚਾਰਕ ਕੱਖ ਰੱਖ ਲਵੇ ਨਾ, ਤੇ ਜਿੱਥੇ ਮਰਜੀ ਪੰਛੀ ਉਡਾਰੀ ਮਾਰੇ, ਤੇ ਗੁਰਮੁਖੋ ਵਾਪਸ ਮੁੜ ਕੇ ਆਉਂਦਾ ਹੈ, ਕਿਉਂਕਿ ਉਹਦਾ ਘਰ ਬਣਿਆ ਹੈ। ਤੇ ਕਿੰਨਿਆਂ ਦੇ ਘਰ ਜਿਹੜੇ ਨੇ ਉਹ ਨਸ਼ਟ ਹੋ ਗਏ, ਉਹਨਾਂ ਵਿੱਚ ਉਹਨਾਂ ਦਾ ਕੀ ਕੀ ਕੀਮਤੀ ਸਮਾਨ ਸੀ, ਔਰ ਉਹ ਕਿੰਨੇ ਕੁ ਦੁਖੀ ਨੇ, ਅੰਦਾਜ਼ਾ ਹੀ ਲਾਇਆ ਜਾ ਸਕਦਾ ਨਾ ਉਹ ਦੁਖੀ ਕਿੰਨੇ ਕੁ ਨੇ। ਇਹ ਤਾਂ ਉਹਨਾਂ ਦਾ ਅੰਦਰ ਜਾਣਦਾ ਉਹ ਕਿੰਨੇ ਕੁ ਤੜਫ ਰਹੇ। ਔਰ ਪਸ਼ੂ ਢਾਂਡਾ ਵਿਚਾਰਾ, ਜਦੋਂ ਇਹ ਹੜ੍ਹ ਆਏ ਤੇ ਜਾਨਾਂ ਬਚਾਉਂਦਿਆਂ ਕਈ ਤਾਂ ਪਸ਼ੂ ਜਿਹੜੇ ਕਿੱਲਿਆਂ ਤੋਂ ਖੋਲ੍ਹੇ ਹੀ ਨਹੀਂ ਗਏ। ਤੁਸੀਂ ਵੀ ਸੋਸ਼ਲ ਮੀਡੀਆ 'ਤੇ ਦੇਖਦੇ ਹੋ, ਮੈਂ ਵੀ ਦੇਖਦਾ ਹਾਂ, ਉਹ ਵਿਚਾਰੇ ਉਧਰੋਂ ਕਿੱਲਿਆਂ ਨਾਲ ਵੱਜੇ, ਪਾਣੀ ਨੇ ਧੱਕ ਕੇ ਦੂਜਾ ਪਾਸਾ ਕੀਤਾ, ਸੰਗਲ ਟੁੱਟੇ ਨਹੀਂ। ਪਤਾ ਨਹੀਂ ਵਿਚਾਰਿਆਂ ਦੀਆਂ ਜਾਨਾਂ ਕਿਵੇਂ ਨਿਕਲੀਆਂ, ਕਿਵੇਂ ਨਹੀਂ, ਪਾਣੀ ਦੀ ਘੁੱਟਣ ਵਿੱਚ ਆ ਕੇ ਮਰ ਗਏ। ਔਰ ਇਹ ਵੀ ਅੱਗ, ਇਹ ਵੀ ਮਾਰਨ ਵਾਲੀ, ਤੜਫਾਉਣ ਵਾਲੀ, ਸਾੜਨ ਵਾਲੀ, ਮਕਾਉਣ ਵਾਲੀ,
एक आफत आ गई। इस आफत दे विच कुछ परोपकारी पड़ोसी जेड़े लागे आले दर्द वाले गुरमुख जन जेड़े धर्म नाल संबंध रखण वाले वो इहो जिहियां आफतां च फिर अगे आउंदे ने। और राजनेता जिहड़ा है पासे होवेगा, जिहदे हिरदे च धर्म आ ना, वो अगे होवेगा। ते तुसी देखो सिरां ते पानी चुक के, सिरां ते राशन चुक के और बाल्टियां च राशन पा के जिथे जिथे कोई बेचारा फसिया खलोता है ना घरां विच, उत्थे उत्थे पानी भी पहुँचाते ने ते भोजन भी पहुँचाते ने। जिहड़ी भाई साहब गल कहंदे आ, प्रेम रख, कोई औखी वेले तेरे काम आवेगा ते तू किसे दे आ। और वो अत दा दुख है, कहंदे वो आके उन्हां अग बुझाई और उन्होंने पानी छिड़किया। हुण वो समान तां नहीं बचा सके जो हो गया, पर उन्होंने कुछ उन्होंने धरवास दिता, मदद ते आ गए। आला उदाला अपना जा रहा है जिथे जिथे हड़ा ने मार की हुई आ। और बेशक उन्होंने दे वो साजो समान तां नहीं बचा सकते, पर उन्हों दी जानां तां बचा रहे ने। जिन्ना उपराला हुंदा है, जिन्ना भी किसे तो वो अपना बनदा योगदान पा रहा है। और हर एक ये संस्था नूं, हर एक संप्रदा नूं, हर एक धार्मिक मनुख नूं, हर एक धार्मिक मंदिर नूं, मस्जिद वाले नूं इहदे विच अगे हो के हर एक दा फर्ज आ, जिहदे अंदर इनसानियत है वो अगे हो के चलदा बचांदा। महाराज कहंदे बई उन्हां ने इनसानियत दिखाई। भाई साहब कहंदे वो अगे हो के वधे, वो आप तां नहीं बचा सके अपने आप नूं घर नूं, पर दूजिया ने जाके अग बुझाई। और उन्होंने जो हैल्प ते मदद ते कोई आ जावे ना, उदों मनोबल टुटदा नहीं, उदों मनोबल वध जांदा। कोई आ गया, हुण कोई ना कोई यतन होवेगा। दुख दे विच जदों कोई आ जांदा ना, उन्हें एक ढारस मिल जांदी, आसरा मिल जांदा है। उन्हां लोगां नूं आसरा मिलिया। कहंदे उन्हां आके अग बुझा दित्ती और उहदी सहायता करन वाले हो गए और दौड़ के आए। भाई गुरदास साहब कहंदे गोदन हरत जैसे करत उपकार गोप। कहंदे गावां मझां दे वग छड्डे ते वो वग दे उपर बाहरों कोई डकैत चोर आके पै गया, उन्हां सारियां नूं चुरा के लै गया। ते जिहड़ा सी ना गवाला, उहदा रखवाला, वो गऊआं दे समुदाय वग नूं बचाउण वास्ते उहने पिंड विच आवाज़ां मारियां, वो लोगो गावां मझां लैके चले। ते वो आवाज़ां नूं सुन के कहंदे गाओ मैं गुहार लाग टुर टुरत छड़ावई। जदों पिंडां विच आके आवाज़ दित्ती ना जंगल चों ग्वाले ने, सारियां गावां मझां वल के लै चले, कुछ नहीं जे बचना। ते लोगां ने उहदे ते परोपकार करन वास्ते धावा बोल दिता ते जाके उन्हां दीयां गावां मझां बचा लईयां और उन्हां नूं बचा लिया, परोपकार कीता। ये परोपकारी बिरती उदों भी चली ते अज भी चलदी है। मैं देख रहा सा सोशल मीडिया द्वारा किते तां पशुआं नूं रुड़े जांदियां नूं कोई जिन्नी आवश्यकता उन्हां नूं कढदा। कल मैं देख रहा सी वहन दे विच दरिया दे ना 10-15 मझां किसे दियां मझां, वो विचारियां विचाले फसियां ते कदे इधर नूं ते कदे उधर नूं, किनारा उन्हां नूं कोई लभ ही नहीं रहा। बई जाइए ते जाइए किहड़े पासे, कढण दा कोई प्रबंध नहीं। वाहिगुरू कृपा करे और बचावे। कहंदे गुहारां लाइयां
ਹੁਣ ਇਹ ਆਫਤ ਆਈ ਤੇ ਦਾਲੇ ਦਾਲੇ ਉਹਨਾਂ ਦੀਆਂ ਹੋਕਰਾਂ ਮਾਰੀਆਂ ਜਾ ਰਹੀਆਂ ਨੇ, ਆਵਾਜ਼ਾਂ ਦਿੱਤੀਆਂ ਜਾ ਰਹੀਆਂ ਨੇ, ਉਹਨਾਂ ਦੀ ਮਦਦ ਵਾਸਤੇ ਪਹੁੰਚੋ। ਜਿਨ੍ਹਾਂ ਤੇ ਗੁਰੂ ਨੇ ਕਿਰਪਾ ਕੀਤੀ ਹੈ, ਸੁਖ ਸ਼ਾਂਤੀ ਵਰਤੀ ਹੋਈ ਆ ਨਾ, ਉਹ ਦੂਜਿਆਂ ਨੂੰ ਬਚਾਵੋ, ਉਹਨਾਂ ਦੇ ਲਈ ਇਨਸਾਨੀਅਤ ਦਾ ਔਰ ਜਿਹੜਾ ਹੈ ਅੰਦਰ ਫਰਜ਼ ਨਿਭਾਓ। ਜਿਨ੍ਹਾਂ ਨੂੰ ਗੁਰੂ ਨੇ ਧਨ ਬਾਹਰੋਂ ਦਿੱਤਾ ਹੈ ਔਰ ਉਹ ਧਨ ਕਰਕੇ ਪਾਣੀ ਹੈ ਔਰ ਜੋ ਲੋੜੀਂਦੀਆਂ ਵਸਤੂ ਨੇ, ਤੇ ਜੇ ਉੱਥੇ ਜਾ ਕੇ ਨਹੀਂ, ਜਿਹੜੀਆਂ ਸੰਸਥਾਵਾਂ ਕਲੱਬ ਅੱਗੇ ਮੂਹਰਲੀਆਂ ਕਤਾਰਾਂ 'ਚ ਨਿਭਾਉਂਦੇ ਆ, ਉਹਨਾਂ ਦੀ ਹੈਲਪ ਤੇ ਨਾਲ ਕਰੀਏ। ਇਹ ਕਿਤੇ ਤਾਂ ਨਹੀਂ ਬਈ ਇੱਕ ਦਿਨ ਉੱਥੇ ਜਾ ਕੇ ਲੰਗਰ ਲਾਤਾ ਤੇ ਬਸ ਸਰ ਜਾਣਾ ਹੈ, ਕਿਉਂਕਿ ਪਾਣੀ ਬਹੁਤ, ਪਿੱਛੋਂ ਬਿਮਾਰੀ, ਉਹਨਾਂ ਦੀ ਦਵਾਈ ਦਾ ਪ੍ਰਬੰਧ, ਉਹਨਾਂ ਦੇ ਘਰਾਂ ਦਾ ਇੰਤਜ਼ਾਮ, ਉਹਨਾਂ ਦੇ ਰਹਿਣ ਸਹਿਣ ਦਾ ਇੰਤਜ਼ਾਮ ਬੜਾ ਲੰਬਾ ਸਮਾਂ ਹੋਣਾ ਹੈ। ਇਸ ਕਰਕੇ ਜਿੰਨੇ ਵੀ ਆ, ਜਿਨ੍ਹਾਂ ਨੂੰ ਸੁਰੱਖਿਅਤ ਰੱਖਿਆ ਨਾ ਮਹਾਰਾਜ ਨੇ, ਤੇ ਔਰ ਉਹਨਾਂ ਦੇ ਉੱਪਰ ਕਿਰਪਾ ਹੋਵੇ, ਅਸੀਂ ਉਹਨਾਂ ਦੀ ਮਦਦ ਕਰੀਏ ਜਿਹੜੇ ਉਧਰ ਨੂੰ ਫਸੇ। ਭਾਈ ਸਾਹਿਬ ਕਹਿੰਦੇ ਉਹਨਾਂ ਗੁਹਾਰਾਂ ਲੜਾ ਕੇ ਛਡਾ ਲਈਆਂ, ਤੇ ਜਿਨ੍ਹਾਂ ਦੇ ਉੱਪਰ ਇਹ ਕਾਲ ਰੂਪ ਬਿਪਤਾ, ਹੜ ਰੂਪ ਬਿਪਤਾ ਪਈ ਹੋਈ ਆ ਨਾ, ਤੇ ਅਸੀਂ ਵੀ ਨਗਰਾਂ 'ਚ ਪਿੰਡਾਂ ਦੇ ਵਿੱਚ ਆਵਾਜ਼ਾਂ ਦੇ ਕੇ ਮੋਹਰੀ ਹੋ ਕੇ ਰਾਸ਼ਨ ਪਾਣੀ ਇਕੱਠਾ ਕਰਕੇ ਔਰ ਜਲ ਆਦਿ ਇਕੱਠਾ ਕਰ ਕਰਕੇ ਉੱਥੇ ਲੈ ਕੇ ਪਹੁੰਚੀਏ। ਅਸੀਂ ਵੀ ਉਹਨਾਂ ਡੁੱਬਦਿਆਂ ਨੂੰ, ਪਸ਼ੂਆਂ ਨੂੰ, ਜੀਵਾਂ ਨੂੰ ਜਿਹੜੇ ਆ ਕੁਝ ਨਾ ਕੁਝ ਬਚਾਉਣ ਵਾਲਿਆਂ ਦੀ ਗਿਣਤੀ ਵਿੱਚ ਆਈਏ, ਉਸ ਪਾਸੇ ਨੂੰ ਤੁਰੀਏ। ਔਰ ਭਾਈ ਸਾਹਿਬ ਕਹਿੰਦੇ ਉਹਨੇ ਪਰਉਪਕਾਰ ਕੀਤਾ, ਆ ਕੇ ਉਹਨੂੰ ਛਡਾ ਲੈਣਾ ਕੀਤਾ, ਉਹ ਗਾਵਾਂ ਮੱਝਾਂ ਉਹਨਾਂ ਦੀਆਂ ਬਚ ਗਈਆਂ। ਭਾਈ ਸਾਹਿਬ ਕਹਿੰਦੇ ਬੁੱਢਤ ਅਥਾ ਜੈਸੇ ਪ੍ਰਬਲ ਪ੍ਰਵਾਹ ਵਿਖੇ। ਭਾਈ ਗੁਰਦਾਸ ਸਾਹਿਬ ਕਹਿੰਦੇ ਜਿਵੇਂ ਕੋਈ ਬਹੁਤ ਤੇਜ਼ ਪਾਣੀ ਦੇ ਪ੍ਰਵਾਹ ਵਿੱਚ, ਵਹਾਅ ਵਿੱਚ ਡੁੱਬ ਰਿਹਾ ਹੋਵੇ, ਤੇ ਕਹਿੰਦੇ ਪੇਖਤ ਪਹਿਰੂਆ ਵਾਰ ਪਾਰ ਲਗਾਵਈ। ਕਹਿੰਦੇ ਜਿਹੜਾ ਉੱਥੇ ਉਦਾਲੇ ਫਿਰ ਰਿਹਾ ਨਾ, ਔਰ ਤਾਰੂ ਬੰਦੇ ਦੇਖ ਰਹੇ ਨੇ ਜਿਨ੍ਹਾਂ ਨੂੰ ਤੈਰਨਾ ਆਉਂਦਾ ਤੇ ਰਖਵਾਲੀ ਕਰਨੀ ਜਾਣਦੇ ਨੇ, ਔਰ ਕਹਿੰਦੇ ਉਹ ਜਾ ਕੇ ਫਿਰ ਉਹ ਡੁੱਬਦੇ ਹੋਏ ਪ੍ਰਵਾਹ ਦੇ ਵਿੱਚ ਵਹਿੰਦੇ ਹੋਏ ਨੂੰ ਬਚਾਉਣ ਦਾ ਯਤਨ ਕਰਦੇ, ਆਪਣੀ ਜਾਨ ਤੇ ਖਿਲ ਕੇ ਵੀ। ਇਹ ਕੇਵਲ ਗੁਰਮੁਖੋ ਇਤਿਹਾਸ ਜਿਹੜਾ ਦੁਹਰਾਇਆ ਜਾ ਰਿਹਾ। ਦੇਖੋ ਕਿੰਨੇ ਨੇ ਆ ਜਿਹੜਾ ਹੜ ਆਇਆ, ਇਹਦੇ ਵਿੱਚ ਰੁੜਦੇ ਜਾਂਦਿਆਂ ਨੂੰ ਭੱਜ ਭੱਜ ਕੇ ਬਚਾਉਂਦੇ ਨੇ, ਔਰ ਉਹਨਾਂ ਨੂੰ ਬਚਾਉਂਦੇ। ਤੇ ਮੈਂ ਗੱਲ ਦੇਖ ਰਿਹਾ ਸੀ, ਕੋਈ ਔਰ ਪਸ਼ੂ ਨੂੰ ਬਚਾਉਣ ਵਾਸਤੇ ਨੌਜਵਾਨ ਪਾਣੀ ਦੇ ਵਿੱਚ ਵਹਿ ਤੁਰਿਆ, ਤੇ ਅੱਗੋਂ ਉਹਦੇ ਜੋ ਪ੍ਰਬੰਧ ਕੀਤਾ ਸੀ, ਕੋਈ ਟੂਬ ਆਦ ਉਹ ਹੱਥੋਂ ਨਿਕਲ ਗਈ ਤੇ ਉਹ ਡੁੱਬਣ ਲੱਗ ਪਿਆ। ਨਾਲ ਦੇ ਦੂਜੇ ਸਾਥੀ ਜਿਹੜਾ ਬਾਹਰ ਖੜਾ ਸੀ ਨਾ, ਉਹਨੇ ਛਲਾਂਗ ਲਾਈ, ਉਹਨੂੰ ਤੈਰਨਾ ਵੀ ਆਉਂਦਾ ਸੀ, ਪੁਖਤਾ ਪ੍ਰਬੰਧ ਕਰਕੇ ਉਹਨੂੰ ਡੁੱਬਦੇ ਦੀ ਜਾਨ ਬਚਾ ਕੇ ਉਹਨੂੰ ਵੀ ਵਾਪਸ ਲੈ ਕੇ ਆਇਆ। ਡੁੱਬਦੇ ਹੋਏ ਨੂੰ ਪ੍ਰਵਾਹ ਵਿੱਚੋਂ ਕੱਢਣਾ, ਇਹ ਕੇਵਲ ਸਾਡਾ ਇਤਿਹਾਸ, ਸਾਡੇ ਪੁਰਖਿਆਂ ਦੇ ਬੋਲ, ਇਹ ਥਿਊਰੀ ਨਹੀਂ ਹੈ। ਉਦੋਂ ਵੀ ਪ੍ਰੈਕਟੀਕਲ ਸੀ ਤੇ ਅੱਜ ਵੀ ਉਹ ਪ੍ਰੈਕਟੀਕਲ ਹੁੰਦਾ ਆ। ਔਰ ਕਿਸੇ ਦੀ ਜਾਨ ਨੂੰ ਬਚਾਉਣ ਵਾਸਤੇ ਆਪਣੀ ਜਾਨ ਤੇ ਖੇਡ ਜਾਣਾ। ਭਾਈ ਸਾਹਿਬ ਕਹਿੰਦੇ ਬੁੱਢਤ ਅਥਾਹ ਜੈਸੇ ਪ੍ਰਬਲ ਪ੍ਰਵਾਹ ਵਿਖੇ। ਔਰ ਡੁੱਬਦਾ ਹੈ ਕੋਈ ਅਥਾਹ, ਬਹੁਤ ਡੂੰਘੇ ਪ੍ਰਬਲ ਤੇਜ਼ ਪ੍ਰਵਾਹ ਪਾਣੀ ਦੇ ਵਿੱਚ ਡੁੱਬ ਰਿਹਾ, ਤੇ ਬਚਾਉਣ ਵਾਸਤੇ ਕਹਿੰਦੇ ਪੇਖਤ ਪਹਿਰੂਆ। ਉਹਨੂੰ ਕਿਸੇ ਡੁੱਬਦੇ ਹੋਏ ਨੂੰ ਤਰਨ ਵਾਲੇ ਨੇ, ਬਚਾਉਣ ਹਾਰੇ ਨੇ ਦੇਖ ਲਿਆ, ਕਹਿੰਦੇ ਵਾਰ ਪਾਰ ਲੈ ਲਗਾਵਈ। ਜਾ ਕੇ ਉਹਦੇ ਤੱਕ ਪਹੁੰਚ ਕੀਤੀ, ਉਹਦੀ ਬਾਹੋਂ ਪਕੜੀ, ਉਹਨੂੰ ਇੱਧਰਲੇ ਕਿਨਾਰਿਓਂ ਉੱਧਰ ਤੇ ਉੱਧਰ ਲਿਓ ਇੱਧਰ ਲਾ ਦਿੱਤਾ, ਔਰ ਇੱਧਰ ਲਾ ਦਿੱਤਾ। ਜੇ ਕਿਤੇ ਧਾਰਮਿਕ ਸੰਸਥਾਵਾਂ, ਧਾਰਮਿਕ ਲੋਕ ਨਾ ਹੋਣ ਤੇ ਸਰਕਾਰਾਂ ਨਹੀਂ ਜੇ ਪੁੱਛਦੀਆਂ। ਇਹ ਤਾਂ ਉਦੋਂ ਆਉਂਦੇ ਨੇ, ਪਹਿਲੀ ਗੱਲ ਤਾਂ ਗੱਟਿਆਂ ਤੇ ਛਾਪਾਂ ਬਣਾਉਂਦੇ ਰਹਿੰਦੇ ਨੇ, ਨਹੀਂ ਤੇ ਜਦੋਂ ਸਭ ਕੁਝ ਖਤਮ ਹੋ ਜਾਵੇ
ਇਹ ਧਾਰਮਿਕ ਲੋਕ ਨੇ ਆਪ ਇੱਕ ਦੂਜੇ ਦੀ ਜਿਹੜੀ ਹੈ ਨਾ ਸਹਾਇਤਾ ਕਰਨੀ ਜਾਣੀਏ, ਮਦਦ ਕਰਨੀ ਜਾਣੀਏ, ਤਾਂ ਜਾ ਕੇ ਗੱਲ ਬਣਨੀ ਆ, ਨਹੀਂ ਤੇ ਨਹੀਂ। ਭਾਈ ਸਾਹਿਬ ਕਹਿੰਦੇ ਆ ਉਹਨੇ ਉਹਦਾ ਪਾਰ ਉਤਾਰਾ ਕੀਤਾ ਡੁੱਬਦੇ ਹੋਏ ਦਾ, ਉਹਨੂੰ ਪਾਰ ਪ੍ਰਵਾਹ ਤੋਂ ਕੱਢਿਆ। ਭਾਈ ਸਾਹਿਬ ਕਹਿੰਦੇ ਤੈਸੇ ਅੰਤ ਕਾਲ ਜਮ ਜਾਲ ਕਾਲ ਬਿਆਲ ਗ੍ਰਛੇ। ਭਾਈ ਗੁਰਦਾਸ ਸਾਹਿਬ ਕਹਿੰਦੇ ਅੰਤਲਾ ਸਮਾਂ ਆਇਆ ਤੇ ਕਾਲ ਰੂਪੀ ਭਿਆਨਕ ਜਿਹੜਾ ਔਰ ਹੈਗਾ ਸੱਪ, ਉਹ ਮੂੰਹ ਅੱਡ ਕੇ ਔਰ ਖੜਾ ਹੈ। ਬਿਆਲ ਦਾ ਅਰਥ ਬਿੱਲਾ ਵੀ ਹੁੰਦਾ ਹੈ, ਔਰ ਇੱਥੇ ਵਿਦਵਾਨਾਂ ਨੇ ਇਹਦਾ ਅਰਥ ਔਰ ਜਿਹੜਾ ਸਰਪ ਕੀਤਾ ਕਾਲ ਰੂਪੀ ਸੱਪ, ਔਰ ਮੂੰਹ ਅੱਡ ਕੇ ਕਿਸੇ ਨੂੰ ਗ੍ਰਸਦਾ ਹੈ, ਨਿਗਲਣਾ ਚਾਹੁੰਦਾ ਹੈ। ਤੇ ਭਾਈ ਸਾਹਿਬ ਕਹਿੰਦੇ ਗੁਰ ਸਿੱਖ ਸਾਧ ਸੰਗ ਸੰਕਟ ਮਟਾਵਈ। ਗੁਰੂ ਦੇ ਸਿੱਖ ਜਿਹੜੇ ਗੁਰੂ ਦੀ ਸਿੱਖਿਆ ਨੂੰ ਗ੍ਰਹਿਣ ਕਰਕੇ ਉਹ ਸਾਧ ਸੰਗਤ ਵਿੱਚ ਚੱਲ ਕੇ ਆਉਂਦੇ ਤੇ ਆ ਕਰਕੇ ਉਸ ਸੰਕਟ ਨੂੰ, ਉਸ ਜ਼ਹਿਰੀਲੇ ਸੱਪ ਨੂੰ ਗੁਰੂ ਦਾ ਮੰਤਰ ਜਪ ਕੇ ਜਪਾ ਕੇ ਔਰ ਪ੍ਰੇਮ ਦੇ ਨਾਲ ਉਹਦਾ ਖਾਤਮਾ ਕਰ ਦਿੰਦੇ। ਉਹ ਸੰਕਟ, ਉਸ ਦੁੱਖ ਨੂੰ ਖਤਮ ਕਰਦੇ ਆ। ਤਾਂ ਹੀ ਮਹਾਰਾਜ ਕਹਿੰਦੇ ਗੁਰ ਸਿੱਖ ਮੀਤ ਚੱਲਹੁ ਗੁਰ ਚਾਲੀ, ਜੋ ਗੁਰ ਕਹੈ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਔਰ ਜੋ ਗੁਰੂ ਕਹਿੰਦਾ ਉਹਦੇ ਤੇ ਚੱਲ। ਜੋ ਗੁਰੂ ਕਹਿੰਦਾ ਹੈ ਨਾ, ਸਾਨੂੰ ਆਪਾਂ ਅਰਦਾਸ ਕਰਦੇ ਆ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਦੇਖਣ ਵਾਲਾ ਹੀ ਤੇ ਕਹਿਣ ਵਾਲਾ ਹੀ ਨਾ ਹੋਵੇ, ਕਰਨ ਵਾਲਾ ਵੀ ਹੋਵੇ। ਜਦੋਂ ਇਸ ਤਰ੍ਹਾਂ ਦੇਸ਼ ਤੇ ਕੌਮ ਤੇ ਕਿਤੇ ਬਿਪਤਾ ਆਉਂਦੀ ਆ ਨਾ, ਉਦੋਂ ਗੁਰੂ ਕੇ ਸਿੱਖ, ਗੁਰੂ ਨਾਨਕ ਨਾਮ ਲੈਵਾ ਸਿੱਖ, ਗੁਰੂ ਕੇ ਖਾਲਸੇ ਔਰ ਛਾਲਾਂ ਮਾਰ ਮਾਰ ਮੂਹਰੇ ਆਉਂਦੇ ਨੇ। ਕਿਤੇ ਹੜ੍ਹ ਆਉਂਦੇ ਨੇ, ਲੋਕ ਪਾਣੀ ਦਾ ਰੇਟ ਵੀ ਵਧਾਉਂਦੇ ਨੇ। ਇੱਥੇ ਹੜ੍ਹ ਆਉਂਦੇ ਨੇ ਤੇ ਸਿੱਖ ਕੋਲੋਂ ਖਰੀਦ ਕੇ ਔਰ ਲੰਗਰ ਦੀ ਵਿਵਸਥਾ ਕਰਦੇ ਨੇ, ਪਾਣੀ ਦੀ ਵਿਵਸਥਾ ਕਰਦੇ ਨੇ, ਉਹਨਾਂ ਦੀ ਦਵਾਈ ਦਾਰੂ ਦੀ ਵਿਵਸਥਾ ਕਰਦੇ ਨੇ। ਇਹ ਗੁਰੂ ਨਾਨਕ ਸਾਹਿਬ ਦੀ ਕਿਰਪਾ ਆ, ਇਹ ਗੁਰੂ ਨਾਨਕ ਸਾਹਿਬ ਦੀ ਰਹਿਮਤ ਆ। ਜੋ ਗੁਰੂ ਨਾਨਕ ਸਾਹਿਬ ਮਹਾਰਾਜ ਸਿੱਖ ਜਗਤ ਨੂੰ ਦੇ ਕੇ ਗਏ ਆ ਨਾ, ਉਹ ਕਿਸੇ ਗੁਸਤਾਖੀ ਮਾਫ ਕਿਸੇ ਹੋਰ ਧਰਮ ਵਿੱਚ ਨਹੀਂ ਪਾਇਆ ਜਾਂਦਾ। ਗੱਲਾਂ ਵਾਲੇ ਹਨ ਕਨੇਰੇ, ਔਰ ਕੇਵਲ ਜਦੋਂ ਦੇਖੋਗੇ ਚਾਹੇ ਉਹ ਬਾਹਰ ਹੜ੍ਹ ਆਉਣ, ਉੱਥੇ ਵੀ ਸਿੱਖ ਮੂਹਰਲੀਆਂ ਕਤਾਰਾਂ 'ਚ ਹੁੰਦੇ ਨੇ। ਜੇ ਅੱਜ ਸਾਡੇ ਘਰ ਦੇ ਵਿੱਚ ਇਹ ਬਿਪਤਾ ਆਈ ਤਾਂ ਸਿੱਖ ਸੰਪਰਦਾਵਾਂ ਔਰ ਸਿੱਖ ਗੁਰੂ ਨਾਨਕ ਨਾਮ ਲੇਵਾ ਉਹ ਕਿਸੇ ਰੂਪ ਵਿੱਚ ਸੇਵਾ ਕਰ ਰਹੇ ਹੋਣ, ਉਹ ਮੂਹਰੇ ਆਉਂਦੇ ਨੇ ਕਿ ਸਾਡੇ ਗੁਰੂ ਨੇ ਤਾਂ ਸਾਨੂੰ ਸਿਖਾਇਆ ਹੀ ਇਹ ਹੈ। ਔਰ ਜਿੰਨੀਆਂ ਵੀ ਹੋਰ ਸੰਪਰਦਾਵਾਂ ਉਹਨਾਂ ਨੂੰ ਵੀ ਚਾਹੀਦਾ ਐਸੀ ਬਿਪਤਾ ਦੇ ਵਿੱਚ ਆਪਣੇ ਨਿੱਜੀ ਮਤ ਭੇਦ ਭੁਲਾ ਕੇ ਕੌਮ ਨੂੰ ਬਚਾਉਣ ਦੀ ਲੋੜ ਏ, ਦੁੱਖ ਦੇ ਵਿੱਚੋਂ ਕੱਢਣ ਦੀ ਲੋੜ ਏ, ਔਰ ਉਹਦੇ ਨਾਲ ਖਲੋਣ ਦੀ ਲੋੜ ਏ, ਉਹਨਾਂ ਦੀ ਢਾਰਸ ਬਣਨ ਦੀ ਲੋੜ ਏ। ਕਹਿਣ ਲੱਗੇ ਜੋ ਤੇਰਾ ਗੁਰੂ ਕਹਿ ਗਿਆ ਹੈ ਉਹ ਕਰ। ਗੁਰ ਸਿੱਖ ਮੀਤ ਚੱਲੋ ਗੁਰ ਚਾਲੀ। ਗੁਰੂ ਆ ਸਾਡਾ ਨਿਤਾਣਿਆਂ ਦਾ ਤਾਣ ਬਣਦਾ ਹੈ, ਭੁੱਖਿਆਂ ਦਾ ਪੇਟ ਭਰਨਾ, ਔਰ ਸਾਨੂੰ ਸਿਖਾ ਕੇ ਗਿਆ ਹੈ ਉਪਚਾਰ ਕਰਨਾ, ਦਵਾਈ ਦਾਰੂ ਰੋਗੀਆਂ ਦਾ, ਔਰ ਉਹ ਸਾਨੂੰ ਸਿਖਾ ਕੇ ਗਿਆ ਹੈ। ਉਹ ਸਿੱਖ ਜਗਤ ਆਪਣੇ ਗੁਰੂ ਦੀ ਬਖਸ਼ਿਸ਼ ਨੂੰ ਬਾਖੂਬ ਨਿਭਾਉਣ ਦਾ ਯਤਨ ਪਿਆ ਕਰਦਾ ਹੈ। ਭਾਈ ਗੁਰਦਾਸ ਸਾਹਿਬ ਨੇ ਜੋ ਕਿਹਾ, ਮਹਾਰਾਜ ਕਹਿੰਦੇ ਉਹ ਗੁਰੂ ਕੇ ਸਿੱਖ ਕਰਦੇ ਕਮਾਉਂਦੇ ਨੇ। ਭਾਈ ਸਾਹਿਬ ਔਰ ਅਗਲੇ ਕਬਿੱਤ ਦੇ ਦੁਆਰਾ ਕਹਿੰਦੇ ਆ, ਨੇਹ ਕਾਮ ਨੇਹ ਕ੍ਰੋਧ ਨੇਹ ਨੇਰ ਲੋਭ ਨੇਰ ਮੋਹ। ਕਹਿੰਦੇ ਜਿਹੜੇ ਗੁਰੂ ਕੇ ਸਿੱਖ ਸੇਵਾ ਕਰਦੇ ਨਾ, ਨਿਹਕਾਮ, ਇਹਨਾਂ ਦੀ ਕੋਈ ਕਾਮਨਾ ਨਹੀਂ ਕਿ ਮੈਂ ਆਹ ਕਰਾਂ ਤੇ ਆਹ ਹੋਵੇ, ਮੈਨੂੰ ਆਹ ਮਿਲੇ। ਕਹਿੰਦੇ ਨਿਹ ਕ੍ਰੋਧ, ਉਹ ਕ੍ਰੋਧਤ ਨਹੀਂ ਹੁੰਦੇ। ਨਿਰਲੋਭ, ਲਾਲਚ ਕੋਈ ਨਹੀਂ ਕਿ ਇਹਨਾਂ ਦੇ ਕੀ ਆ, ਉੱਥੇ ਨਹੀਂ ਦੇਖਿਆ ਜਾਂਦਾ। ਜਦੋਂ ਸੇਵਾ ਕਰਦੇ ਨੇ ਬਈ ਕੌਣ ਹੈ ਤੇ ਕਿਹੜੇ ਘਰਾਣੇ ਦਾ, ਜਾਂ ਇਹ ਨਹੀਂ ਦੇਖਿਆ ਜਾਂਦਾ ਕਿਹੜੀ ਪਾਰਟੀ ਦਾ ਹੈ।
और ये नहीं देखा जाता है किहड़े धर्म का है। और गुरु के खालसे आवाज मार दे, भाई गुरु का लंगर आ गया है, ते आओ भांडे लैके घरां चों बाहर आओ, गुरु का लंगर लै जावो। पुछया नहीं जे जांदा तू केड़ी पार्टी दा है, केड़े घराने दा है और केड़े धर्म दा है। और केवल लंगर दी व्यवस्था है, दवाई दी व्यवस्था है। और कहंदे हो निर्लोभ, कोई लालच नहीं कि और की करना है, किसी तो कुछ प्राप्त होवे। निर्लोभ होके, लोभ तो रहत होके, कामनामा तो रहत होके, और किसी ते क्रोध नहीं। निर्मोह, मोह जिहड़ा हुंदा है ना, हुंदा भी मेरे अपने कित्थे को फसे बैठे, उन्हां नूं कढ के लियावां, उन्हां नूं लैके आवां। और वो मोह अपनियां दा कहंदे इहदे तो रहत होके, और दूजियां दे ताई भी जिन्हों कोई जानदा भी नहीं ना हुंदा, ਉਹਨੂੰ भी अगे इत्थे तां छड्डो, किते कुत्ता भी हड़ दे विच फसिया है ना, ते वो गुरु के सिखां दी नज़र पिया। मैं देख रहा सी, उन्होंने लागे किश्ती लजा के जां प्रबंध लजा के, वो कुत्ते नूं भी किते फसे हुए नूं उन्हां दा वस चलिया ते उन्हां कढ के बाहर लिआंदा। जिथे दूजियां नूं भोजन छकाया, ये हुण कुत्ते आद पशु आद ने, ये विचारे कित्थों खाण। ते मैं एक देख रहा सी क्लिप, और एक सिंह ने ना बुक बनाया, एक कुत्ता पानी च फसिया होया, एक उत्तों बोतल नाल दुध पा रहा है, एक सिंह ने बुक बनाया है, वो कुत्ते नूं दुध पिलाउंदे पए ने, बई इहदा भी खा जा, इनू भी मिले। ये केवल ते केवल गुरु के सिखो, गुरु नानक साहब दे घर अंदर प्रभता मिलदी जे। गुरु नानक दी वडियाई जे, कहो नानक सब तेरी वडियाई, कोई नाओ ना जाने मेरा। और मेरा नाओ नहीं, सब कुछ करके ये कहंदे आ, मेरा मुझ में किश नहीं, जो किश है सो तेरा, तेरा तुझको सौंपते क्या लागा मेरा। और शोषे करन वाले बड़े मिल जाणगे, किसी नूं 4 केले अर्पित करने होण ना, ते उत्ते 20 बंदे फोटो खिचाउण वाले हुंदे आ। देखो जिहड़े पानी दे विच तुरे फिरदे, गल गल तक पानी, ते सिर ते राशन चुक के, थल्लियों पता नहीं पैर सीवरेज च पै जे ते सीवरेज च कोई डिग पाए, पर अपनी जान ते खेल के गुरु के सिख अज इस बिपता दे समय भैन भरावां दी मदद करदे पए ने। सरकारां चुप ने, जे आउंदे ने ते किनारियां तो और मार के ध्यान ते मुड़न दी करदे ने। और नहीं गुरमुखो, और धार्मिक लोग, धर्म नाल जुड़े लोग, साडियां धार्मिक संस्थावां ਜਿਹੜੀਆਂ ਇਹ ਜੇ ਨਾ ਹੁੰਦੀਆਂ, ਤੁਸੀਂ ਕਰੋਨਾ ਕਾਲ 'ਚ ਵੀ ਦੇਖਿਆ ਕਿਹੜੇ ਸਰਕਾਰ ਨੇ ਲੰਗਰ ਲਾਏ ਸੀ। ਤੇ ਜਿਹੜੇ ਮੇਰੇ ਵਰਗੇ ਰੌਲਾ ਪਾਉਣ ਵਾਲੇ ਨਾ ਗੁਰਦੁਆਰਿਆਂ 'ਚ ਆਹ ਕਰ ਦਿਓ ਉਹ ਕਰ ਦਿਓ, ਉਹਨਾਂ ਦੇ ਕਿੱਥੇ ਲੰਗਰ ਉਦੋਂ ਚੱਲਦੇ ਸੀ ਤੇ ਹੁਣ ਚੱਲਦੇ ਨੇ। ਕਿ ਗੁਰੂ ਕੇ ਜਿਹੜੇ ਨਿਰਪੱਖ ਆ ਨਾ ਸੰਗਤਾਂ, ਤੇ ਉਹ ਸੰਪਰਦਾਵਾਂ और ਉਹੀ ਮੂਹਰੇ ਆਉਂਦੀਆਂ ਨੇ, ਉਹੀ ਲੱਗਦੀਆਂ ਨੇ। ਨਾਲ ਮੈਂ ਬੇਨਤੀ ਕਰਾਂਗਾ, ਜੇ ਅਸੀਂ ਉੱਥੇ ਨਹੀਂ ਨਾ ਪਹੁੰਚਾ ਸਕਦੇ, ਤੇ ਜਿਹੜੀਆਂ ਸੰਪਰਦਾਵਾਂ ਮੂਹਰੇ ਲਾ ਕੇ ਕਲੱਬ ਕਰ ਰਹੇ ਨੇ, ਉਹਨਾਂ ਦੀ ਸਹਾਇਤਾ ਕਰੋ, ਔਰ ਉਹ ਅੱਗੇ ਤੋਂ ਅੱਗੇ ਪਹੁੰਚਾਇਆ ਜਾਵੇ, ਔਰ ਉਸ ਫਰਜ਼ ਨੂੰ ਨਿਭਾਇਆ ਜਾਏ ਜਿਹੜਾ ਸਾਡੇ ਗੁਰੂ ਨੇ ਦਿੱਤਾ ਹੈ। ਨਿਰਲੋਭ, ਨਿਰਮੋਹ, ਕੋਈ ਮੋਹ ਨਹੀਂ। ਪਤਾ ਨਹੀਂ ਕੌਣ ਨੇ ਕਿਹੜਾ ਆ, और वो बच्चों को चक चक के लिया ते पानियां दे विधी जाना। गुरु के सिख उस इतिहास नूं बिपतावां वेले दोहराउंदे ने कि साडे गुरु दी सिक्ख्या है, गुरु ने सानू ये और जिहड़ा मार्ग दिता है, जो महाराज साहब ने कहा सी ना, गुर सिख मीत चलो गुर चाली, जो गुरु ने करके विखाया है उहदे ते सिख चलण दा यतन करदा और उहनूं अपनाउंदा। ते महाराज कहंदे ने, भाई साहब भाई गुरदास साहब कहंदे ने मेवा नह टेवा, ना ही कोई हौमे हंगता, ना ही कोई अंदर ऐसा और भाव आया है हौमे हंगता वाला, अपनत वाला। निर्दोखवासी है, किसी भी दोष तो और जेड़ा निरहत
ਉਹਦੇ ਵਿੱਚ ਨਹੀਂ ਲਪਾਏਮਾਨ ਹੁੰਦਾ ਉਹ ਗੁਰੂ ਕਾ ਸਿੱਖ, ਔਰ ਉਤੋਂ ਰਹਿਤ ਰਹਿੰਦਾ ਹੈ। ਨਿਰਲੇਪ ਨਿਰਵਾਣ ਨਿਰਮਲ ਨਿਰਵੈਰ, ਕਹਿੰਦੀ ਉਹ ਨਿਰਲੇਪ ਹੈ ਔਰ ਕਿਸੇ ਵਸਤੂ ਦੇ ਵਿੱਚ ਲੋਭ ਲਾਲਚ ਲਪਾਏਮਾਨ ਨਹੀਂ ਹੁੰਦਾ, ਔਰ ਨਿਰਵਾਣ, ਔਰ ਜਿਹੜਾ ਉਹ ਸੰਸਾਰ ਦੀਆਂ ਵਸਤੂਆਂ ਤੋਂ ਨਿਰਰਹਿਤ ਹੈ, ਉਹਨਾਂ ਆਦਤਾਵਾਂ ਤੋਂ ਰਹਿਤ ਹੈ, ਬਾਣ ਆਦਤਾਂ ਤੋਂ ਰਹਿਤ ਹੈ, ਨਿਰਮਲ ਜਿਹੜੀ ਦ્વੈਤ ਦੀ ਮੈਲ ਹੈ ਔਰ ਉਹਦੇ ਤੋਂ ਨਿਰਰਹਿਤ ਹੈ ਤੇ ਨਿਰਵੈਰ। ਗੁਰੂ ਨੇ ਕਿਹਾ ਸੀ ਨਾ, ਪਹਿਲਾ ਸਾਡਾ ਤਾਂ ਸਬਜੈਕਟ ਹੀ ਇਹ ਸ਼ੁਰੂ ਹੁੰਦਾ, ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ। ਉਹ ਸਿੱਖਾਂ ਦੇ ਵਿੱਚ ਗੁਣ ਪਾਇਆ ਜਾਂਦਾ ਹੈ। ਕੇਵਲ ਗੁਰੂ ਨੇ ਸਾਨੂੰ ਥਿਊਰੀ ਮਾਤਰ ਨਹੀਂ, ਜਦੋਂ ਕੋਈ ਲੰਗਰ ਵਰਤਾਉਂਦਾ ਕਿਸੇ ਦੀ ਬਾਂਹ ਫੜ ਕੇ ਉੱਥੋਂ ਕੱਢਦਾ ਔਰ ਉਹਦਾ ਪਾਰ ਕਰਦਾ ਸੁੱਕੇ ਤੇ ਉਹਦੇ ਪਰਿਵਾਰ ਨੂੰ ਲਿਜਾਂਦਾ, ਉਦੋਂ ਇਹ ਨਹੀਂ ਵੇਖਦਾ ਕਿ ਇਹ ਤਾਂ ਸਾਡਾ ਵੈਰੀ ਹੈ, ਸਾਡਾ ਦੁਸ਼ਮਣ ਹੈ। ਅੰਦਰ ਨਿਰਵੈਰ, ਉਹ ਗੁਣ ਨੂੰ ਅੰਦਰੋਂ ਪ੍ਰਗਟ ਕਰਨਾ, ਉਹਨਾਂ ਗੁਣਾਂ ਨੂੰ ਔਰ ਉਹਨਾਂ ਨੂੰ ਹਿਰਦੇ ਚੋਂ ਪ੍ਰਗਟ ਕਰਨਾ, ਤੋਂ ਰਹਿਤ ਵੈਰ ਭਾਵਨਾ ਤੋਂ ਹੋਣਾ। ਤੇ ਜਦੋਂ ਬਿਪਤਾ ਦਾ ਸਮਾਂ ਆਇਆ, ਫਿਰ ਇਹ ਕਿਹਾ ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮ ਕੋ ਬਨ ਆਈ। ਕੋਈ ਵੈਰੀ ਨਹੀਂ, ਆਪਾਂ ਪਰਉਪਕਾਰ ਕਰਨਾ ਹੈ। ਨਿਰਵਿਘਨਾ, ਔਰ ਉਹ ਜਿਹੜਾ ਸੀ ਨਾ ਵਿਘਨਾ ਤੋਂ ਨਿਰਰਹਿਤ, ਰੁਕਾਵਟਾਂ ਤੋਂ ਰਹਿਤ, ਡਕ ਡੋਲਿਆਂ ਤੋਂ ਰਹਿਤ, ਨਿਰਾਲੰਬ ਆਬਨਾਸੀ ਹੈ। ਕਹਿੰਦੇ ਜਿਹੜਾ ਪਰਿਪੂਰਨ ਪਰਮਾਤਮਾ ਨਾਸ਼ ਹੋਣ ਤੋਂ ਰਹਿਤ ਹੈ ਨਾ, ਫਿਰ ਉਹ ਗੁਰੂ ਕਾ ਸਿੱਖ ਇਹਨਾਂ ਗੁਣਾਂ ਦੇ ਦੁਆਰਾ ਉਹਦੇ ਨਾਲ ਜੁੜ ਜਾਂਦਾ, ਉਹਨੂੰ ਕਿਸੇ ਦਾ ਆਸਰਾ ਨਹੀਂ, ਉਹ ਅਬਨਾਸੀ ਦਾ ਆਸਰਾ ਲੈਂਦਾ ਹੈ, ਜਿਹਨੂੰ ਮਹਾਰਾਜ ਕਹਿੰਦੇ ਅਬਨਾਸੀ ਜੀਵਨ ਕੋ ਦਾਤਾ, ਸਿਮਰਤ ਸਭ ਮਲ ਖੋਈ, ਗੁਣ ਨਿਧਾਨ ਭਗਤਨ ਕੋ ਬਰਤਨ, ਬਿਰਲਾ ਪਾਵੈ ਕੋਈ। ਉਹ ਨਾਸ਼ ਤੋਂ ਰਹਿਤ ਨਾਲ ਮਿਲ ਕੇ ਉਹਦਾ ਰੂਪ ਹੋ ਜਾਂਦਾ ਹੈ ਨਿਰਾਹਾਰ ਨਿਰਾਧਾਰ ਨਿਰੰਕਾਰ ਨਿਰਵੇਕਾਰ। ਭਾਈ ਗੁਰਦਾਸ ਸਾਹਿਬ ਕਹਿੰਦੇ ਉਹ ਨਿਰਾ ਆਹਾਰ, ਔਰ ਉਹ ਜਿਹੜਾ ਨਿਰਰਹਿਤ ਹੋ ਜਾਂਦਾ ਆਪਣੇ ਅੰਦਰੋਂ, ਔਰ ਭੋਜਨ ਇਕੱਤਰਿਤ ਕਰਨ ਵਾਲੀ ਬਿਰਤੀ ਨੂੰ ਮਿਟਾ ਦਿੰਦਾ। ਇਹ ਨਹੀਂ ਕਹਿੰਦਾ ਕਿ ਮੇਰੇ ਕੋਲ 7 ਪੁਰਸ਼ਾਂ ਦਾ ਇਕੱਠਾ ਹੋਵੇ ਤੇ ਦੂਜੇ ਮਰੀ ਜਾਣ, ਔਰ ਉਹਦੇ ਤੋਂ ਰਹਿਤ ਨਿਰਆਹਾਰ, ਭੁੱਖੇ ਰਹਿ ਕੇ ਵੀ ਦੂਜੇ ਦੇ ਪਰਉਪਕਾਰ ਕਰਨਾ। ਔਰ ਭਾਈ ਸਾਹਿਬ ਕਹਿੰਦੇ ਨਿਰਾਧਾਰ, ਉਹ ਸੰਸਾਰ ਦੇ ਆਸਰਿਆਂ ਤੋਂ ਨਿਰਰਹਿਤ ਹੋ ਜਾਂਦਾ ਹੈ। ਨਿਰੰਕਾਰ, ਉਹ ਅਕਾਲ ਪੁਰਖ ਵਾਹਿਗੁਰੂ ਜਿਹੜਾ ਹੈ, ਜਿਹਦਾ ਆਕਾਰ ਕੋਈ ਨਹੀਂ, ਉਹਦਾ ਉਹ ਆਸਰਾ ਹੈ। ਉਸ ਜੀਵ ਦਾ ਨਿਰਆਕਾਰ ਅਕਾਲ ਪੁਰਖ ਵਾਹਿਗੁਰੂ, ਜਿਨੇ ਸਾਰੇ ਆਕਾਰ ਬਣਾਏ। ਅਕਾਲ ਪੁਰਖ ਵਾਹਿਗੁਰੂ ਨਿਰਆਕਾਰ ਜਿਹੜਾ ਹੈ, ਉਹਨੂੰ ਕਿਸੇ ਦੇ ਆਸਰੇ ਦੀ ਲੋੜ ਨਹੀਂ, ਉਹਨੂੰ ਕਿਸੇ ਦੇ ਭੋਜਨ ਦੀ ਲੋੜ ਨਹੀਂ। ਉਹ ਨਿਰਆਹਾਰ ਨਿਰਾਧਾਰ, ਉਹ ਇਹਨਾਂ ਤੋਂ ਰਹਿਤ ਤੇ ਉਹਦੇ ਨਾਲ ਜੁੜਨ ਵਾਲਾ ਜਿਹੜਾ ਹੈ ਉਹ ਨਿਰਵਿਕਾਰ। ਉਹ ਵਿਕਾਰ ਮਾੜੇ ਫੁਰਨਿਆਂ ਤੋਂ, ਮਾੜੇ ਪਾਸੇ ਤੋਂ ਨਿਰਰਹਿਤ ਹੋ ਕੇ ਉਸ ਨਿਰੰਕਾਰ ਨਾਲ ਜੁੜਦਾ ਹੈ। ਫਿਰ ਨਿਹਚਲ ਟਿਕ ਜਾਂਦਾ, ਹਲਾਏ ਮਾਨ ਤੋਂ ਰਹਿਤ ਹੁੰਦਾ। ਨਿਪਰਾਂਤ ਭ੍ਰਾਂਤੀ ਭਰਮਨ ਭਟਕਣਾ ਆਦ ਤੋਂ ਰਹਿਤ ਹੁੰਦਾ ਹੈ। ਤੇ ਉਹ ਕਰਦਾ ਕਿ ਇਹ ਨਿਰਭੈ ਨਿਰਾਸੀ ਹੈ, ਔਰ ਉਹ ਨਿਰਭੈ ਡਰ ਤੋਂ ਰਹਿਤ ਹੋ ਜਾਂਦਾ ਹੈ। ਨਿਰਾਸੀ ਹੈ, ਉਹਦੇ ਮਨ ਅੰਦਰ ਕੋਈ ਇੱਛਾ ਨਹੀਂ ਕਿ ਮੈਨੂੰ ਕੁਝ ਮਿਲੇ, ਮੈਨੂੰ ਕੁਝ ਪ੍ਰਾਪਤ ਹੋਵੇ, ਮੈਨੂੰ ਕੁਝ ਮਰਾਤਬਾ ਹਾਸਲ ਹੋਵੇ। ਮਹਾਰਾਜ ਕਹਿੰਦੇ ਨਹੀਂ, ਸਾਹਿਬ ਭਾਈ ਗੁਰਦਾਸ ਸਾਹਿਬ ਕਹਿੰਦੇ ਆ ਨਿਹਕਰਮ ਨਿਹਭਰਮ, ਉਹ ਦਿਖਾਵੇ ਦੇ ਕਰਮਾਂ ਤੋਂ ਵੀ ਰਹਿਤ ਹੈ ਤੇ ਸੰਸਾਰ ਦੇ ਪਲਝਾਵੇ ਵਿੱਚ ਲਿਆਉਣ ਵਾਲੇ ਭਰਮ ਵਿੱਚ ਪਾ ਕੇ, ਭਰਮ ਵਿੱਚ ਪੈ ਕੇ ਜੀਵ ਭਟਕਦਾ, ਉਹਦੇ ਤੋਂ ਰਹਿਤ ਹੈ। ਨਿਹਸਰਮ, ਔਰ ਕਹਿੰਦੇ ਉਸ ਦੁਨੀਆ ਦੀ ਥਕਾਵਟ ਤੋਂ ਵੀ ਰਹਿਤ। ਨਿਸਵਾਦ, ਉਹਦਾ ਆਪਣਾ ਸਵਾਰਥ ਕੋਈ ਨਹੀਂ, ਆਪਣਾ ਜੀਵ ਦਾ ਰਸ ਚਸਕਾ ਕੋਈ ਨਹੀਂ
कि मैनू आ होना चाहिए निर्विवाद। वो विवाद वाद विवाद आदि जेडे झगड़े झमेले आ ना, गुरु का सिख इन्हां तो निररहित हुंदा है, निरंजन। संसार दे दुखां दर्दां ईरखा द्वैष दी कलेश आदि कालश तो निरपलस अंजन रहते ते फिर वो परमात्मा नू मिलदा है। भाई साहब कहंदे सुन मैं सन्यासी है, सुन मैं सन्यासी है। आसावां इच्छावां जड़ियां वो सुन हो जानियां। सुन मुन नगरी पाई और वो नगरी तन दी, ये जड़ी सुन मुन सन्नाटा छा जाना। ते जदों कोई हथ जां लत्त जां बांह सुन हो जावे ना, आपां कहने ना मेरा हथ सुन हो गया, ਉਹਦੇ ਵਿੱਚ ਚਾਹੇ ਗਲਾਸ ਪਕੜਿਆ ਕੁਝ ਵੀ ਪਕੜਿਆ ਨਾ ਉਹ ਡਿੱਗ ਪੈਂਦਾ ਹੈ। ਪੈਰ ਵਿੱਚ ਚੱਪਲ ਜੁੱਤੀ ਪਾਈਏ, ਲੱਤ ਸੌਂ ਜਾਵੇ ਸੁੰਨ ਹੋ ਜਾਵੇ, ਉਹ ਡਿੱਗ ਪੈਂਦੀ, ਪਤਾ ਨਹੀਂ ਨਾ ਲੱਗਦਾ। ਆ ਜਦੋਂ ਸਰਜਰੀ ਕਰਦੇ ਆਪਰੇਸ਼ਨ ਕਰਦੇ ਸੁੰਨ ਹੀ ਕਰਦੇ ਨਾ ਟੀਕਾ ਲਾ ਕੇ, ਤੇ ਉਹ ਕੱਟੀ ਜਾਣ ਵੱਢੀ ਜਾਣ ਪਤਾ ਹੀ ਨਹੀਂ ਲੱਗਦਾ, ਕਿਉਂਕਿ ਉਹਦਾ ਕੋਈ ਪਤਾ ਨਹੀਂ। ਛੁੱਟ ਗਈ ਹੱਥ ਵਿੱਚ ਪਕੜੀ ਚੀਜ਼, ਕਹਿੰਦੇ ਜਦੋਂ ਇਹ ਸੁੰਨ ਅਵਸਥਾ ਆਉਂਦੀ ਨਾ, ਉਹਦੇ ਫੁਰਨਿਆਂ ਤੋਂ ਖਹਿੜਾ ਛੁੱਟ ਜਾਂਦਾ, ਕਾਮਨਾਵਾਂ ਛੁੱਟ ਜਾਂਦੀਆਂ, ਵਾਸ਼ਨਾਵਾਂ ਛੁੱਟ ਜਾਂਦੀਆਂ ਨੇ, ਔਰ ਉਹਨਾਂ ਨੂੰ ਕੱਟਦਿਆਂ ਦੂਰ ਕਰਦਿਆਂ ਉਹਨੂੰ ਪਤਾ ਹੀ ਨਹੀਂ ਲੱਗਦਾ। ਜਦੋਂ ਇਹਨਾਂ ਤੋਂ ਰਹਿਤ ਹੋ ਜਾਂਦਾ ਹੈ, ਫਿਰ ਉਹ ਸੰਨਿਆਸੀ ਅਕਾਲ ਪੁਰਖ ਵਾਹਿਗੁਰੂ ਦੇ ਵਿੱਚ ਮਿਲ ਜਾਂਦਾ। ਸੰਨਿਆਸੀ ਉਹਨੂੰ ਕਹਿੰਦੇ ਜਿਹਦੀਆਂ ਵਾਸ਼ਨਾਵਾਂ ਫੁਰਨੇ ਆਸਾਵਾਂ ਸਭ ਸੁੰਨ ਹੋ ਗਈਆਂ ਨੇ, ਪਕੜ ਛੁੱਟ गई है संसार वालों, पकड़ खत्म हो गई किसी पदार्थ की, किसी चीज की कोई पकड़ ही नहीं रही। और वो जेड़ा सन्यासी है फिर कहते ऐसा प्यारा रब नाल जुड़दा है, तुरदा है, ते वो जदों तुरदा है फिर संसार विच रहिंदा ते परोपकार करदा है। गुरु कृपा करे सानू सतगुरु दा माजरा समझ आवे। जिथे जिथे असीं और संसार विच रहने आ ना, आप सारे परोपकार वाले मादा रखते हो, गुरु दे मार्ग ते चलन वाले हो। सतगुरु मेहर करे जिथे साडियां धार्मिक संस्थावां अगे आईयां, इस हड़ां दे पीड़तां दी सहायता दे लई श्रोमणी गुरुद्वारा प्रबंधक कमेटी और खालसा एड होर बेअंत ने ते प्यारिओ जिथे ने ਉਹ ਪਰਉਪਕਾਰ ਕਰ ਰਹੇ, ਅਸੀਂ ਵੀ ਅੱਗੇ ਨੂੰ ਹੋਈਏ। ਮੈਂ ਇੱਕ ਦਾ ਨਾਂ ਨਹੀਂ ਲੈਂਦਾ, ਸਭ ਤੋਂ ਪਹਿਲਾਂ ਜਿੱਥੇ ਔਰ ਪ੍ਰਧਾਨ ਸਾਹਿਬ ਨੇ ਕਿਹਾ ਜਿੱਥੇ ਵੀ ਗੁਰੂ ਕਰਨੇ, ਜਿੱਥੋਂ ਲੰਗਰ ਦੀ ਲੋੜ, ਜਿੱਥੇ ਰਹਿਤ ਦੀ ਲੋੜ ਹੈ, ਇੱਥੋਂ ਤੱਕ ਕੁਝ ਜਿਹੜੇ ਯਾਤਰੀ ਗਏ ਨਾ ਬਾਹਰ ਇੱਧਰ ਘੁੰਮਣ ਵਾਸਤੇ ਪਹਾੜੀ ਏਰੀਏ 'ਚ, ਹਿਮਾਚਲ ਕੰਨੀ ਉੱਧਰਲੀ ਸਾਈਡ ਨੂੰ, ਉਹ ਵੀ ਫਸ ਗਏ ਉੱਧਰ, ਕਿਉਂ ਪਾਣੀ ਦੇ ਨਾਲ ਸੜਕਾਂ ਦੇ और संबंध टुट गए। उन्होंने भी कह दिता तुसी कुछ समा डीको रहो, उधरले गुरुद्वारे उन्होंने व्यवस्था करनगे, असी अपने प्रबंध करके पुख्ता तुहानू इधरों लैके जावांगे। ऐसियां संस्थावां जिहड़ियां ने औखे वेले जिहड़ा काम आउंदा है ना मनुखता दे, उहनूं कदे ना भुल्लिया करिए। जिहड़ा हा दा नारा जिहड़ा औखे वेले आउंदा है, तुहाडे विआह ते जिहड़ा नहीं आया ना, उहदे नाल गिला करन दी लोड़ नहीं। ਵਿਆਹ 'ਤੇ ਤਾਂ ਸਾਰੇ ਵੀ ਆ ਜਾਂਦੇ ਆ, ਹੋਰ ਵੀ ਰਿਸ਼ਤੇਦਾਰਾਂ ਦੇ ਨਾਲ ਮਿੱਤਰ ਵੀ ਆ ਜਾਂਦੇ ਆ। ਪਿਆਰਿਓ ਜਿੱਦਣ ਬਿਪਤਾ ਦਾ ਸਮਾਂ ਹੁੰਦਾ ਹੈ ਨਾ, ਉਦਣ ਅਤੀ ਨਜ਼ਦੀਕੀ ਪ੍ਰੇਮ ਵਾਲਾ ਚੱਲ ਕੇ ਆਉਂਦਾ ਹੈ ਕਿ ਮੈਂ ਜਿੰਨੇ ਕੁ ਜੋਗਾ ਤੇਰੇ ਨਾਲ ਖੜਾ, ਜਿਹੜੇ ਇਸ ਦੁੱਖ ਦੀ ਘੜੀ 'ਚ ਔਰ ਨਾਲ ਨੇ ਲੁਕਾਈ ਦੇ, ਤੇ ਉਹਨਾਂ ਦਾ ਸਤਿਕਾਰ ਵੀ ਹੈ, ਤੇ ਸਤਿਗੁਰੂ ਉਹਨਾਂ ਨੂੰ ਚੜ੍ਹਦੀ ਕਲਾ ਵੀ ਬਖਸ਼ੇ। ਤੇ ਸਾਡਾ ਵੀ ਫਰਜ਼ ਆ, ਜਿੰਨੀਆਂ ਸੰਗਤਾਂ ਨੇ ਸਾਰਿਆਂ ਨੂੰ ਸਨਿਮਰ ਬੇਨਤੀ ਹੈ, ਚਾਹੇ ਕੋਈ ਮੰਦਰ ਵਿੱਚ ਹੈ, ਚਾਹੇ ਕੋਈ ਮਸਜਿਦ ਵਿੱਚ ਹੈ, ਕਿਸੇ ਧਰਮ ਨਾਲ ਵੀ ਸੰਬੰਧਤ ਹੋ, ਗੁਰਮੁਖੋ ਇੱਥੇ ਆਪਣੇ ਨਿੱਜੀ ਸਵਾਰਥ ਲੈ ਕੇ, ਆਪਣੀ ਰੰਜਿਸ਼ ਲੈ ਕੇ ਨਹੀਂ ਗੱਲ ਕਰਨੀ। ਔਰ ਕੇਵਲ ਇਸ ਵਕਤ ਲੋੜ ਹੈ ਉਹਨਾਂ ਨੂੰ ਬਚਾਉਣ ਦੀ, ਉਹਨਾਂ ਤੱਕ ਰਸਤਾ ਪਾਣੀ ਲੋੜੀਂਦੀਆਂ ਵਸਤੂ ਔਰ ਦਵਾਈਆਂ ਆਦਿ ਉੱਥੇ ਪਹੁੰਚਾਉਣ ਦੀ, ਉਹ ਪਹੁੰਚਾਈਏ। ਔਰ ਗੱਲਾਂ ਤੇ ਅਸੀਂ ਬਾਅਦ 'ਚ ਵੀ ਕੀਤੀ ਜਾਣੀਆਂ। ਹੋਰ ਤਾਂ ਕੰਮ ਲੜਾਈਆਂ ਤਾਂ ਸਾਡੀਆਂ ਪਹਿਲਾਂ ਵੀ ਚੱਲੀ ਜਾਂਦੀਆਂ, ਚਲਾਈ ਜਾਣੀਆਂ, ਕਿਉਂਕਿ ਛੋਟੇ ਛੋਟੇ ਮਤਭੇਦ ਹੁੰਦੇ ਆ। ਇਹ ਨਾ ਸਮਝਿਓ ਗੁਰੂ ਘਰ ਦਾ ਪੰਥ ਆ
ਤੇ ਪੰਥ ਵਿੱਚ 12 ਮਿਸਲਾਂ ਸੀ ਨਾ ਵੱਡੇ ਰੂਪ 'ਚ, ਤੇ 12 ਦੇ ਥੋੜੇ ਥੋੜੇ ਮਤਭੇਦ ਹੁੰਦੇ ਸੀ। ਤੇ ਉਹ ਜਦੋਂ ਪੰਥ ਤੇ ਕੋਈ ਗੱਲ ਆਉਂਦੀ ਸੀ ਨਾ, ਔਰ ਜਦੋਂ ਦੇਸ਼ ਤੇ ਕੋਈ ਗੱਲ ਆਉਂਦੀ ਸੀ, ਸਾਰੇ ਇੱਕੇ ਥਾਂ ਇਕੱਠੇ ਹੋ ਜਾਂਦੇ ਸੀ ਮਤਭੇਦ ਭੁਲਾ ਕੇ। ਅੱਜ ਲੋੜ ਏ ਸਾਨੂੰ ਅਸੀਂ ਪੰਥਿਆਂ ਸਮੁੱਚਾ ਗੁਰੂ ਕੀ ਸੰਗਤਾਂ ਉਹਨਾਂ ਦੀ ਸਹਾਇਤਾ ਕਰਨੀ, ਉਸ ਪਾਸੇ ਨੂੰ ਚੱਲਣਾ, ਜੁੜਨਾ ਤੁਰਨਾ, ਔਰ ਸਤਿਗੁਰੂ ਸਾਡੇ ਤੇ ਮਿਹਰ ਕਰੇ। ਔਰ ਜਿੱਥੇ ਜਿੱਥੇ ਵੀ ਕੋਈ ਬੈਠਾ ਹੈ, ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਦਾ ਪਿਆਰਾ, ਇਸ ਦਰਦ ਨੂੰ ਜਾਣਨ ਵਾਲਾ, ਚਾਹੇ ਕੋਈ ਦੇਸ਼ ਵਿੱਚ ਹੈ ਚਾਹੇ ਕੋਈ ਵਿਦੇਸ਼ ਵਿੱਚ ਹੈ। ਜੇ ਉਹ ਵਿਦੇਸ਼ 'ਚੋਂ ਆਪ ਨਹੀਂ ਆ ਸਕਦਾ, ਕਿਸੇ ਦੁਆਰਾ ਜਿੰਨੀ ਉਹਦੇ ਵਿੱਚ ਪਹੁੰਚੇ, ਉਹ ਕਿਸੇ ਧਾਰਮਿਕ ਸੰਸਥਾ 'ਚ ਔਰ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਹੋਰ ਵੀਰ ਕਲੱਬ ਨੇ, ਜਿੰਨੇ ਵੀ ਨੇ ਜਿਹੜੇ ਅੱਗੇ ਹੋ ਕੇ ਸੇਵਾਵਾਂ ਕਰ ਰਹੇ ਨੇ, ਔਰ ਉੱਥੇ ਨਾਲ ਸਹਾਇਤਾ ਪਹੁੰਚਾਵੇ। ਜਿਹੜੇ ਆਪ ਰਾਸ਼ਨ ਪਾਣੀ ਤੁਸੀਂ ਇਕੱਠਾ ਕਰਕੇ ਲਿਜਾ ਕੇ ਆਪ ਜਾ ਕੇ ਵਰਤਾ ਕੇ ਆ ਸਕਨੇ ਹੋ। ਆਪਣੇ ਵੀ ਕੱਲ੍ਹ ਇਸ ਨਗਰ ਤੋਂ ਔਰ ਗੁਰਮੁਖ ਪਿਆਰਿਆਂ ਨੇ ਉਪਰਾਲਾ ਕੀਤਾ, ਔਰ ਗੱਡੀਆਂ ਰਾਸ਼ਨ ਦੀਆਂ ਤੇ ਲੰਗਰ ਦੀਆਂ ਲੈ ਕੇ ਗਏ ਨੇ ਉਹ। ਔਰ ਸਾਡੇ ਇੱਥੋਂ ਭਾਈ ਰਜਿੰਦਰ ਸਿੰਘ ਔਰ ਹੋਰ ਸੰਗਤਾਂ ਵੀ ਬਹੁਤ ਗਈਆਂ ਨੇ, ਔਰ ਰਾਤ ਉੱਥੇ ਲੰਗਰ ਕੱਲ੍ਹ ਦੇ ਵਰਤਾ ਰਹੇ ਨੇ। ਤੇ ਅਸੀਂ ਵੀ ਯਤਨ ਕਰੀਏ, ਜਿਹੜੀਆਂ ਲੋੜਾਂ ਨੇ ਪੁੱਛ ਕੇ, ਬਈ ਉੱਥੇ ਲੋੜ ਕਿਹੜੀ ਚੀਜ਼ ਦੀ ਹੈ, ਨਹੀਂ ਕਿ ਜੋ ਆਇਆ ਚੱਕ ਕੇ ਲੈ ਜਾਓ, ਨਹੀਂ, ਉਹ ਲਿਜਾਓ ਜਿਹੜੀ ਅਤੀ ਜ਼ਰੂਰੀ ਲੋੜ ਹੈ, ਉਹ ਇਕੱਠੀ ਕਰਕੇ ਰਸਤ ਵਸਤ ਔਰ ਗੁਰੂ ਕੇ ਉਸ ਸੰਗਤ ਦੀ ਸਹਾਇਤਾ ਕਰੀਏ। ਤੇ ਜਦੋਂ ਅਸੀਂ ਕਿਸੇ ਦਾ ਭਲਾ ਕਰੀਏ ਨਾ, ਤੇ ਸਾਨੂੰ ਆਪਣੇ ਭਲੇ ਦੀ ਲੋੜ ਨਹੀਂ ਜੇ। ਕਿਸੇ ਤੋਂ ਆਸ ਨਾ ਕਰੀਏ ਕੋਈ ਆਵੇਗਾ ਔਰ ਕੋਈ ਆ ਹੁਕਮ ਦੇਵੇਗਾ, ਉਹਦਾ ਪਤਾ ਨਹੀਂ ਜੇ ਅਸੀਂ ਆਪ ਅੱਗੇ ਨੂੰ ਤੁਰੀਏ, ਫਿਰ ਗੁਰੂ ਦੀ ਕਿਰਪਾ ਹੋਏਗੀ। ਇੰਨੀਆਂ ਬੇਨਤੀਆਂ ਪ੍ਰਵਾਨ, ਸਤਿਗੁਰੂ ਕਿਰਪਾ ਕਰੇ, ਰਹਿਮਤ ਕਰੇ। ਔਰ ਭਾਈ ਸਾਹਿਬ ਨੇ ਅੱਜ ਦੇ ਕਵਿਤ ਵੀ ਇਸੇ ਨਾਲ ਹੀ ਸੰਬੰਧਤ ਜਿਹੜੇ ਨੇ ਉਹ ਮਾਜਰਾ ਸਾਨੂੰ ਦਿੱਤਾ ਸੀ। ਸਤਿਗੁਰੂ ਮਿਹਰ ਕਰੇ ਇਹ ਸਾਨੂੰ ਮਾਜਰਾ ਸਮਝ ਆਵੇ, ਔਰ ਅੱਜ ਦਾ ਜਿਹੜਾ ਸਾਡੇ ਤੇ ਇਹ ਸੰਸਾਰ ਅੰਦਰ, ਪੰਜਾਬ ਅੰਦਰ ਤੂਫਾਨ ਆਏ, ਹੜ੍ਹ ਆਏ ਨੇ, ਉਹਨਾਂ ਦੀ ਮਾਰ ਵਿੱਚ ਆਏ ਸਾਡੇ ਭੈਣ ਭਾਈ, ਵੀਰ ਭਾਈ ਘਰੋਂ ਬੇਘਰ, ਔਰ ਕਈਆਂ ਦੇ ਪਰਿਵਾਰ ਅੱਧੇ ਰੁੜ ਗਏ, ਡੁੱਬ ਗਏ। ਪਤਾ ਨਹੀਂ ਕਿੰਨੇ ਕੁ ਗੱਡੀਆਂ ਦੇ ਵਿੱਚ ਗੱਡੀਆਂ ਰੁੜੀਆਂ ਤੇ ਬੰਦ ਹੀ ਰਹਿ ਗਏ, ਔਰ ਗੱਡੀਆਂ ਦੀਆਂ ਬਾਰੀਆਂ ਨਹੀਂ ਖੁੱਲੀਆਂ, ਪਾਣੀ ਨੇ ਗੱਡੀਆਂ ਪਲਟਾ ਦਿੱਤੀਆਂ। ਪਤਾ ਨਹੀਂ ਕਿੰਨੇ ਕੁ ਰੁੜ ਗਏ, ਉਹਨਾਂ ਮੁੜਨਾ ਨਹੀਂ। ਔਰ ਜਿਹੜੀਆਂ ਜਿਉਂਦੀਆਂ ਜਾਨਾਂ ਹੈ ਨਾ, ਅਸੀਂ ਉਹਨਾਂ ਲਈ ਉਪਰਾਲਾ ਕਰੀਏ, ਉਹਨਾਂ ਨੂੰ ਬਚਾਉਣ ਦਾ ਯਤਨ ਕਰੀਏ। ਜਿੱਥੇ ਆਪ ਸੰਗਤਾਂ ਨਿਤਨੇਮ ਕਰਦੇ ਹੋ ਨਾ, ਕੋਈ ਚੌਪੀ ਦਾ ਪਾਠ ਇੱਕ ਵੱਧ ਕਰਿਆ ਕਰੋ, ਕੋਈ ਜਪਜੀ ਦਾ, ਕੋਈ ਸੁਖਮਣੀ ਦਾ, ਕੋਈ ਅਰਦਾਸ ਕਰਿਆ ਕਰੋ। ਮਹਾਰਾਜ ਇਹ ਤੇਰਾ ਹੀ ਵਰਤਾਇਆ ਭਾਣਾ ਆ, ਮਹਾਰਾਜ ਇਹ ਸਾਡੇ ਗੁਨਾਹਾਂ ਦੀ, ਜਿਵੇਂ ਪਾਪ ਕੀ ਜੰਨ ਲੈ ਕਾਬਲੋ ਧਾਇਆ ਸੀ ਨਾ, ਇਹ ਸਾਡੇ ਹੀ ਪਾਪ ਕੋਈ ਰੂਪ ਧਾਰਨ ਕਰਕੇ ਆ ਜਾਂਦੇ ਨੇ। ਇਸ ਕਰਕੇ ਮਹਾਰਾਜ ਤੇਰੇ ਤੋਂ ਬਗੈਰ ਇਹ ਸੰਕਟ ਨਹੀਂ ਟਲਣਾ। ਤੂੰ ਕਿਰਪਾ ਕਰ, ਸੰਸਾਰ ਤੇ ਸ਼ਾਂਤੀ ਬਖਸ਼, ਕਿਰਪਾ ਕਰ ਤੂੰ ਸੰਗਤ ਨੂੰ ਸੰਗਤ ਦੀ ਸਹਾਇਤਾ ਦੇ, ਉਦਮ ਬਖਸ਼, ਤੇ ਸਾਰੇ ਦੁਖਾਂਤ ਵਿੱਚੋਂ ਤੂੰ ਕੱਢਣ ਹਾਰਾ ਹੈ। ਕਿਰਪਾ ਕਰ ਗੁਰੂ, ਸਾਡੇ ਤੇ ਕਿਰਪਾ ਕਰੇਗਾ, ਸਾਡਾ ਆਇਆ ਸਫਲਾ। ਇੰਨੀਆਂ ਕੋ ਬੇਨਤੀਆਂ ਪ੍ਰਵਾਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।